ਜੇਕਰ ਸਰਕਾਰ ਦਾ ਐਸਆਈਟੀ ਦਾ ਚੇਅਰਮੈਨ ਹੈ ਜਿਹੜਾ ਉਹ ਚਿੱਠੀ ਲਿਖਦਾ ਹੈ ਕਿ ਸੀਬੀਆਈ ਨੂੰ ਫਰਦਰ ਇਨਵੈਸਟੀਗੇਟ ਕਰਨ ਦੀ, ਯਾਨੀ ਕਿ ਉਹਨੂੰ ਕਿਤੇ ਨਾ ਕਿਤੇ ਇਹ ਭਰੋਸਾ ਹੈ ਕਿ ਕੇਸ ਵਾਪਸ ਪੰਜਾਬ ਪੁਲਿਸ ਕੋ ਨਹੀਂ ਆਏਗਾ। ਤੁਹਾਡੇ ਕੋਲੋਂ ਇੱਕ ਕਮੈਂਟ ਨਹੀਂ ਸੁਣਿਆ ਕਿ ਸੀਬੀਆਈ ਦਾ ਕੰਡਕਟ ਕੀ ਹੈ। ਜਿਹੜੀ ਏਜੰਸੀ ਇਨਵੈਸਟੀਗੇਸ਼ਨ ਲਈ ਕਹਿ ਰਹੀ ਹੈ ਉਹਨੂੰ ਤੁਸੀਂ ਕੁਐਸਚਨ ਕਰ ਰਹੇ ਹੋ। ਜਿਹੜੀ ਏਜੰਸੀ ਜਿਹੜੀ ਹੈ ਮੈਨੂੰ ਰਿਪੋਰਟ ਵੀ ਨਹੀਂ ਦੇ ਰਹੀ, ਉਹਦੇ ਬਾਰੇ 'ਚ ਕੋਈ ਸਵਾਲ ਨਹੀਂ ਕਰ ਰਹੇ। ਕਿ ਤੁਸੀਂ ਉਹਨਾਂ ਦੇ ਬਿਆਨ ਨੂੰ ਸਹੀ ਕੰਸੀਡਰ ਕਰਦੇ ਹੋ? ਸੁਖਜਿੰਦਰ ਰੰਧਾਵਾ ਦੀ ਜਿਨ੍ਹਾਂ ਨੇ ਕਿਹਾ ਕਿ ਸੀਐਮ ਨੂੰ ਇਹਦੀ ਜਸਟੀਫਿਕੇਸ਼ਨ ਲੈਣੀ ਚਾਹੀਦੀ ਹੈ, ਕਿਸ ਤਰ੍ਹਾਂ ਚਿੱਠੀ ਲਿਖਤੀ? ਮੈਂ ਤੁਹਾਨੂੰ ਕਾਨੂੰਨ ਦੇ ਅੰਦਰ ਕੀ ਪੋਜੀਸ਼ਨ ਹੈ ਉਹ ਦੱਸ ਸਕਦਾ। ਦੈਟ ਚਿੱਠੀ ਇਜ਼ 90% ਅਬਾਊਟ ਖਾਮੀਆਂ ਆਫ ਸੀਬੀਆਈ ਵਿਚ ਸੀਬੀਆਈ ਹੈਜ਼ ਐਡਮਿਟਡ। ਜਦੋਂ ਫਾਈਨਲੀ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਸਾਰਾ ਕੁਝ ਕਰ ਚੁੱਕੇ ਹਾਂ, ਸਿਰਫ ਕੇਸ ਫਾਈਲ ਵਾਪਸ ਆਣੀ ਹੈ, ਫਿਰ ਕਮੀਆਂ ਗਿਣਾਉਣ ਦਾ ਕੀ ਮਤਲਬ? ਸੋ ਕਮੀਆਂ ਨਹੀਂ ਗਿਣਾਉਣੀਆਂ ਚਾਹੀਦੀਆਂ ਸੀ। ਆਈ ਥਿੰਕ ਇਟ ਇਜ਼ ਇਨ ਹਿਜ਼ ਵਿਜ਼ਡਮ ਐਂਡ ਹੀ ਇਜ਼ ਅ ਵੈਰੀ ਡੈਕੋਰੇਟਡ ਆਫਿਸਰ। In his wisdom, he has written, I see nothing wrong in it. ਬਰਗਾੜੀ ਦੇ 3 ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਤੇ ਸੀਬੀਆਈ ਦੇ ਵਿਚਕਾਰ ਇੱਕ ਲੈਟਰ ਆਫ ਐਕਸਚੇਂਜ ਚੱਲ ਰਹੀ ਹੈ। ਪੰਜਾਬ ਸਰਕਾਰ ਨੇ ਡੀਨੋਟੀਫਾਈ ਕਰਕੇ ਸੀਬੀਆਈ ਤੋਂ ਮਾਮਲੇ ਵਾਪਸ ਮੰਗੇ, ਲੇਕਿਨ ਸੀਬੀਆਈ ਦੇਣ ਤੋਂ ਇਨਕਾਰ ਕਰ ਰਹੀ ਹੈ। ਸੀਬੀਆਈ ਵੀ ਇੱਕ ਦਾਅਵਾ ਕਰ ਰਹੀ ਹੈ, ਲੇਕਿਨ ਪੰਜਾਬ ਸਰਕਾਰ ਵੀ ਵੱਡੇ ਦਾਅਵੇ ਕਰ ਰਹੀ ਹੈ। ਮਾਮਲਾ ਕੰਪਲਿਕੇਟਡ ਹੋ ਚੁੱਕਿਆ ਹੈ, ਲੇਕਿਨ ਇਸ ਦੇ ਵਿਚਕਾਰ ਬਰਗਾੜੀ ਮਾਮਲਿਆਂ ਦੀ ਤਫਤੀਸ਼ ਕਲੋਜ਼ਰ ਰਿਪੋਰਟ ਤੱਕ ਪਹੁੰਚ ਚੁੱਕੀ ਹੈ ਔਰ ਸੀਬੀਆਈ ਹਜੇ ਵੀ ਆਪਣੇ ਸਟੈਂਡ ਤੇ ਡਟੀ ਹੋਈ ਹੈ। ਸਾਡੇ ਨਾਲ ਮੌਜੂਦ ਨੇ ਅਤੁਲ ਨੰਦਾ, ਐਡਵੋਕੇਟ ਜਨਰਲ ਪੰਜਾਬ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੇ ਮਾਮਲੇ ਦੇ ਉੱਤੇ ਕਿ ਆਖਿਰਕਾਰ ਪੰਜਾਬ ਇਸ ਸਮੇਂ ਕਿੱਥੇ ਖੜਾ ਹੈ, ਕਿ ਪੰਜਾਬ ਕੋਲੇ ਕੇਸ ਵਾਪਸ ਆਣਗੇ ਜਾਂ ਸੀਬੀਆਈ ਦੀ ਜੋ ਕਲੋਜ਼ਰ ਰਿਪੋਰਟ ਹੈ ਉਸੇ ਤੇ ਹੀ ਜਿਸ ਤਰੀਕੇ ਨਾਲ ਚੱਲ ਰਿਹਾ ਉਹ ਚੱਲੇਗਾ। ਅਤੁਲ ਨੰਦਾ ਸਾਡੇ ਨਾਲ ਮੌਜੂਦ ਨੇ। ਨੰਦਾ ਸਾਹਿਬ, ਇੱਕ ਲੇਟੈਸਟ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਿ ਕੇਸ ਵਾਪਸ ਮੰਗੇ ਹੈ। ਉਹ ਥੋੜਾ ਚਿੱਠੀ ਦਾ ਸਾਨੂੰ ਬਿਊਰਾ ਦੇ ਦਿਓ ਕਿ ਕੀ ਚਿੱਠੀ ਲਿਖੀ ਹੈ। ਮੇਰੇ ਹਿਸਾਬ ਨਾਲ ਲੇਟੈਸਟ ਚਿੱਠੀ ਜਿਹੜੀ ਤੁਸੀਂ ਕਹਿ ਰਹੇ ਹੋ ਉਹਦੀ ਤੁਹਾਨੂੰ ਬੈਕਗਰਾਉਂਡ ਦੇਖਣੀ ਚਾਹੀਦੀ ਹੈ। ਇਹ ਪਹਿਲੀ ਵਾਰੀ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਹੈ। 28 ਅਗਸਤ ਨੂੰ ਵਿਧਾਨ ਸਭਾ ਦੇ ਅੰਦਰ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਯੂਨੈਨਿਮਸਲੀ। ਜਿੱਦਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਵਿਧਾਨ ਸਭਾ ਲੋਕਾਂ ਦੇ ਵਿਲ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਉਸ ਲੋਕਾਂ ਦੇ ਵਿਲ ਨੇ ਮੰਗਿਆ ਕਿ ਸੀਬੀਆਈ ਕਿਉਂਕਿ 3 ਸਾਲ ਦੇ ਅੰਦਰ ਕੁਝ ਨਹੀਂ ਕਰ ਪਾਈ ਇਹਨਾਂ ਮਾਮਲਿਆਂ ਦੇ ਅੰਦਰ, ਤੇ ਇਹਨਾਂ ਨੂੰ ਵਾਪਸ ਲਿਆ ਜਾਏ। 28 ਤਰੀਕ ਨੂੰ ਰੈਜ਼ੋਲੂਸ਼ਨ ਪਾਸ ਹੁੰਦਾ, 6 ਤਰੀਕ ਨੂੰ ਨੋਟੀਫਿਕੇਸ਼ਨ ਹੋ ਕੇ ਉਹਨਾਂ ਦੀ ਕੰਸੈਂਟ ਵਿਡਰਾਅ ਕੀਤੀ ਜਾਂਦੀ ਹੈ। 7 ਤਰੀਕ ਨੂੰ ਸਾਰੇ ਰਿਕਾਰਡ ਮੰਗੇ ਜਾਂਦੇ ਆ। ਉਸ ਤੋਂ ਬਾਅਦ ਇਹ ਵਿਧਾਨ ਸਭਾ ਦਾ ਜਿਹੜਾ ਰੈਜ਼ੋਲੂਸ਼ਨ ਹੈ ਇਹ ਚੈਲੰਜ ਹੋ ਜਾਂਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ। 25 ਤਰੀਕ ਨੂੰ ਉਸ ਦਾ ਫੈਸਲਾ ਆ ਜਾਂਦਾ ਹੈ। ਉਸ ਤੋਂ ਪਹਿਲੇ 13 ਨਵੰਬਰ ਨੂੰ ਇੱਕ ਹਲਫੀਆ ਬਿਆਨ ਸੀਬੀਆਈ ਦੁਆਰਾ ਦਾਖਲ ਕੀਤਾ ਜਾਂਦਾ ਹੈ ਹਾਈ ਕੋਰਟ ਦੇ ਅੰਦਰ। ਸੀਬੀਆਈ ਇਹ ਕਹਿੰਦੀ ਹੈ 2 ਚੀਜ਼ਾਂ, ਕਿ ਸਾਨੂੰ ਸਾਡੀ ਕੰਸੈਂਟ ਵਿਡਰਾਅ ਹੋ ਗਈ। The word uses moreover our consent has been withdrawn, meaning thereby ਉਹਨਾਂ ਨੇ ਕਿਹਾ ਜੀ ਅਸੀਂ ਹੱਥ ਛੱਡਤੇ, ਸਾਡੀ ਕੰਸੈਂਟ ਹੋ ਗਈ ਵਿਡਰਾਅ। But we are in touch with DOPT, which is the parent department of Government of India. ਉਸ ਤੋਂ ਬਾਅਦ ਹਾਈ ਕੋਰਟ ਦੇ ਅੰਦਰ ਹਾਈ ਕੋਰਟ CBI ਦੀ ਪੁਲਿਸ ਡਾਇਰੀਆਂ ਨੂੰ ਮੰਗਾਉਂਦੀ ਹੈ ਔਰ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੋਟ ਕਰਦੇ ਹੈ ਕਿ ਉਹਨਾਂ ਨੇ ਡਾਇਰੀਆਂ ਨੂੰ ਕੋਖਿਆ ਔਰ ਉਹਦੇ ਅੰਦਰ ਇਹ ਪਤਾ ਲੱਗਾ ਕਿ ਸੀਬੀਆਈ ਨੇ 3 ਸਾਲਾਂ 'ਚ ਕੱਖ ਨਹੀਂ ਕੀਤਾ ਜਾਂ ਬਹੁਤ ਘੱਟ ਪ੍ਰੋਗਰੈਸ ਸੀ। ਮੈਂ ਪੰਜਾਬੀ ਦੀ ਟਰਾਂਸਲੇਸ਼ਨ ਕਿਉਂਕਿ ਇੰਗਲਿਸ਼ 'ਚ। ਉਸ ਤੋਂ ਬਾਅਦ ਉਹ ਇਹ ਵੀ ਕਹਿੰਦੇ ਕਿ ਸੀਬੀਆਈ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਕੋਈ ਸੀਰੀਅਸ ਓਬਜੈਕਸ਼ਨ ਹੈ ਇਸ ਬਾਰੇ 'ਚ। ਉਹਨਾਂ ਨੇ ਕੋਈ ਸੀਰੀਅਸ ਓਬਜੈਕਸ਼ਨ ਜ਼ਾਹਿਰ ਨਹੀਂ ਕੀਤੀ। ਉਸ ਤੋਂ ਬਾਅਦ ਜੱਜ ਸਾਹਿਬ ਨਿਰਦੇਸ਼ ਦਿੰਦੇ ਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸੀਬੀਆਈ ਨੇ ਆਪਣਾ ਕੰਮ ਕੀਤਾ ਹੁੰਦਾ ਤੇ ਇਹ ਕਮਿਸ਼ਨਾਂ ਦੀ ਲੋੜ ਨਾ ਪੈਂਦੀ। ਕਨਕਲੂਡਿੰਗ ਪੈਰਾਗ੍ਰਾਫ ਜੱਜ ਸਾਹਿਬ ਲਿਖਦੇ ਨੇ ਕਿ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੀ ਐਸਆਈਟੀ ਕਨਸਟੀਟਿਊਟ ਹੋਈ ਹੈ ਉਹ ਸਾਰੇ ਆਪਣੇ ਪੱਖਾਂ ਨੂੰ ਦੇਖਦੇ ਹੋਏ ਕੋਈ ਕਨਕਲੂਜਨ ਤੇ ਪਹੁੰਚੇਗੀ। ਇਹ 25 ਨੂੰ ਡਿਸੀਜਨ ਆਉਂਦਾ ਹੈ। ਇਸੇ ਡਿਸੀਜਨ ਤੇ ਨੰਦਾ ਸਾਹਿਬ ਇੱਕ ਸਵਾਲ ਹੈ, ਸੀਬੀਆਈ ਨੇ ਜੋ ਲੇਟੈਸਟ ਰਿਪਲਾਈ ਫਾਈਲ ਕੀਤਾ ਮੋਹਾਲੀ ਦੀ ਸੀਬੀਆਈ ਅਦਾਲਤ ਦੇ ਵਿੱਚ, ਜਦੋਂ ਤੁਸੀਂ ਰਿਪੋਰਟ ਦੀ ਕਲੋਜ਼ਰ ਰਿਪੋਰਟ ਦੀ ਰਿਵਿਊ ਪਟੀਸ਼ਨ ਲਗਾਈ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਸ ਆਰਡਰ ਨੂੰ ਗਲਤ ਇੰਟਰਪ੍ਰੀਟ ਕਰ ਰਹੀ ਹੈ। ਇਹ ਉਹਨਾਂ ਦੇ ਰਿਪਲਾਈ ਦੇ ਵਿੱਚ
ਦੇਖੋ ਇਸ ਤਰ੍ਹਾਂ ਹੈ ਕਿ ਅਗਰ ਤੁਸੀਂ ਰਿਪਲਾਈ ਦੇਖੋਗੇ, ਇੱਕ ਦੌਰਜੀ ਦਾ ਕੇਸ ਹੈ, ਉਹਦੇ ਤੇ ਬੇਸਡ ਹੈ। ਮੇਰੇ ਹੱਥ 'ਚ ਕੋਈ ਕਾਗਜ਼ ਨਹੀਂ ਹੈ। ਉਸ ਜਜਮੈਂਟ ਦਾ 22 ਪੈਰਾ ਤੋਂ ਦੌਰਜੀ ਡਿਸਕਸ ਹੋਇਆ। 32 ਪੈਰਾ ਦੇਖਿਆ ਜਾਏ, 33 ਪੈਰਾ ਦੇਖਿਆ ਜਾਏ, 34 ਪੈਰਾ ਦੇਖਿਆ ਜਾਏ, 35 ਪੈਰਾ ਦੇਖਿਆ ਜਾਏ, ਇਹਨਾਂ ਸਾਰਿਆਂ ਪੈਰਿਆਂ ਦੇ ਅੰਦਰ ਉਹਨਾਂ ਨੇ ਕਿਹਾ ਦੌਰਜੀ ਦਾ ਕੇਸ ਇਸ ਕੇਸ ਤੇ ਨਹੀਂ ਲੱਗਦਾ। ਹੁਣ ਜਦ ਇੱਕ ਹਾਈ ਕੋਰਟ ਦਾ ਡਿਸੀਜਨ ਆ ਗਿਆ ਜਿਹਦੇ ਅੰਦਰ ਸੈਂਟਰਲ ਗਵਰਨਮੈਂਟ ਵੀ ਪਾਰਟੀ ਸੀ ਤੇ ਸੀਬੀਆਈ ਵੀ ਪਾਰਟੀ ਸੀ, ਔਰ ਇੰਟਰਸੇ ਪਾਰਟੀਆਂ ਦੇ ਵਿੱਚ ਇਹ ਡਿਸੀਜਨ ਆ ਗਿਆ ਕਿ ਦੌਰਜੀ ਦਾ ਕੇਸ ਨਹੀਂ ਲੱਗਦਾ, ਤੇ ਉਸ ਤੋਂ ਬਾਅਦ ਵੀ ਇਨਸਿਸਟ ਕਰਨਾ ਕਿ ਦੌਰਜੀ ਦਾ ਕੇਸ ਲੱਗਦਾ ਬਿਨਾਂ ਅਪੀਲ ਫਾਈਲ ਕੀਤੇ ਉਸ ਜਜਮੈਂਟ ਦੇ, ਮੇਰੇ ਸਮਝ ਤੋਂ ਬਾਹਰ ਹੈ। ਨੰਦਾ ਸਾਹਿਬ ਇੱਕ ਗੱਲ ਦੱਸੋ, ਜਿਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਹੋਇਆ, ਇਹ ਡਿਸਾਈਡ ਹੋਇਆ ਯੂਨੈਨਿਮਸਲੀ ਕਿ ਸੀਬੀਆਈ ਤੋਂ ਕੇਸ ਵਾਪਸ ਲੈ ਲਏ ਜਾਣਗੇ, ਉਸ ਤੋਂ ਬਾਅਦ ਇਮੀਡੀਏਟਲੀ ਕਮਿਊਨੀਕੇਸ਼ਨ ਭੇਜੀ ਗਈ ਸੀਬੀਆਈ ਨੂੰ ਕਿ ਕੇਸਿਸ ਵਿਡਰਾ ਕਰ ਰਿਹਾ, ਰਿਕਾਰਡ ਪੇਸ਼ ਕਰੋ। ਉਸ ਤੋਂ ਬਾਅਦ ਕਿੰਨੇ ਲੈਟਰ ਐਕਸਚੇਂਜ ਹੋ ਚੁੱਕੇ ਹੈ ਸੀਬੀਆਈ ਦੇ ਨਾਲ, ਕਿੰਨੀ ਵਾਰੀ ਪੰਜਾਬ ਸਰਕਾਰ ਲਿਖ ਚੁੱਕੀ ਹੈ? ਦੇਖੋ, ਮੈਂ ਤੁਹਾਨੂੰ ਦੋ ਗੱਲਾਂ ਕਹਿਣਾ ਚਾਹੁੰਦਾ। ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ, ਹਾਈ ਕੋਰਟ ਦੇ ਮੂਹਰੇ ਉਹਨਾਂ ਨੇ 10 ਵਾਰੀ ਕਿਹਾ ਕਿ ਇਹਨਾਂ ਨੇ ਵਿਡਰਾ ਕਰ ਲਿਆ, ਕਰੈਕਟ। ਇਹਦੇ ਅੰਦਰ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਸਰਕਾਰ ਟਾਈਮ ਟੂ ਟਾਈਮ ਲਿਖਦੀ ਰਹੀ ਹੈ। ਜਿਹੜੀ ਸਰਪ੍ਰਾਈਜ਼ਿੰਗ ਚੀਜ਼ ਹੈ ਉਹ 28/6/2019 ਦੀ ਚਿੱਠੀ ਹੈ। ਮੇਰੀ 12 ਮਾਰਚ ਦੀ ਚਿੱਠੀ ਦੀ ਐਕਨੋਲੇਜਮੈਂਟ 28/6 ਨੂੰ ਗਵਰਨਮੈਂਟ ਆਫ ਇੰਡੀਆ ਮੈਨੂੰ ਚਿੱਠੀ ਲਿਖਦੀ ਹੈ, ਪੰਜਾਬ ਸਰਕਾਰ ਨੂੰ, ਚੀਫ ਸੈਕਟਰੀ ਨੂੰ, ਇਹ ਕਹਿੰਦੇ ਹੋਏ ਕਿ ਤੁਹਾਡੀ ਚਿੱਠੀ ਸਾਨੂੰ ਮਿਲੀ ਹੈ, ਅਸੀਂ ਸੀਬੀਆਈ ਦੇ ਨਾਲ ਗੱਲਬਾਤ ਕਰ ਰਹੇ ਹਾਂ। 28 ਤਰੀਕ ਦੀ ਚਿੱਠੀ ਮੈਨੂੰ 8 ਤਰੀਕ ਨੂੰ ਅਗਲੇ ਮਹੀਨੇ ਜੁਲਾਈ ਨੂੰ ਮਿਲਦੀ ਹੈ, ਔਰ 4 ਤਰੀਕ ਨੂੰ ਕਲੋਜ਼ਰ ਰਿਪੋਰਟ ਫਾਈਲ ਹੋ ਜਾਂਦੀ ਹੈ। ਮੈਂ ਬੜਾ ਮੰਨਦਾ ਇਸ ਗੱਲ ਨੂੰ ਕਿ 28 ਤਰੀਕ ਨੂੰ ਉਹ ਲਿਖ ਦਿੰਦੇ ਕਿ ਅਸੀਂ ਨਹੀਂ ਦੇਣੀ। ਇੱਕ ਪਾਸੇ ਮੈਨੂੰ ਇਹ ਲਿਖ ਰਹੇ ਹੈ ਕਿ ਅਸੀਂ ਸੀਬੀਆਈ ਨਾਲ ਟੇਕਅਪ ਕਰ ਰਹੇ ਹਾਂ, ਦੂਜੇ ਪਾਸੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੇ ਆ। ਮੈਨੂੰ ਇਹ ਦੱਸੋ, ਜਦ 25/1/2019 ਤਾਈਂ ਹਾਈ ਕੋਰਟ ਦੇ ਜੱਜ ਸਾਹਿਬ ਕਹਿੰਦੇ ਇਹਨਾਂ ਨੇ ਕੱਖ ਨਹੀਂ ਕੀਤਾ, 7 ਮਹੀਨਿਆਂ ਦੇ ਅੰਦਰ ਇਹ ਕਿੰਨਾ ਇਹ ਕਰ ਲਿਆ ਕਿ ਕਲੀਨ ਚਿੱਟ ਦੋਸ਼ੀਆਂ ਨੂੰ ਦੇ ਦਿੱਤੀ ਜਿਹੜੇ ਅਸੀਂ ਦੋਸ਼ੀ ਪੜੇ ਸੀ। ਇੱਥੇ ਇੱਕ ਸਵਾਲ ਕਰੂੰਗਾ, ਸੀਬੀਆਈ ਨੇ ਆਪਣੇ ਰਿਪਲਾਈ 'ਚ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਦੀ ਜਜਮੈਂਟ ਵੀ ਕੋਟ ਕੀਤੀ, ਔਰ ਇਹ ਵੀ ਉਹਨਾਂ ਨੇ ਮੰਨਿਆ ਕਿ ਪੰਜਾਬ ਸਰਕਾਰ ਨੇ ਕੇਸਿਸ ਵਿਡਰਾ ਕਰਨ ਲਈ ਇਸ ਨੋਟੀਫਿਕੇਸ਼ਨ ਨੂੰ ਭੇਜਿਆ ਸੀ, ਸਾਨੂੰ ਚਿੱਠੀਆਂ ਮਿਲੀਆਂ ਨੇ। ਉਹਨਾਂ ਨੇ ਇਹ ਰਿਪਲਾਈ ਦੇ ਵਿੱਚ ਕਨਫੈਸ ਕੀਤਾ ਹੋਇਆ। ਤੇ ਸਵਾਲ ਮੇਰਾ ਇਹ ਹੈ ਕਿ ਇਹਦੇ ਨਾਲ ਹੀ ਅਗਲੀ ਲਾਈਨ ਦੇ ਵਿੱਚ ਸੀਬੀਆਈ ਨੇ ਇਹ ਵੀ ਕਿਹਾ ਹੈ ਕਿ ਇਨਵੈਸਟੀਗੇਸ਼ਨ 'ਚ ਜੋ ਵੀ ਡਿਵੈਲਪਮੈਂਟ ਹੋ ਰਹੀ ਸੀ ਉਹ ਪੰਜਾਬ ਸਰਕਾਰ ਨੂੰ ਟਾਈਮਲੀ ਇਨਫੋਰਮ ਕੀਤਾ ਜਾ ਰਿਹਾ ਸੀ, ਲੂਪ 'ਚ ਰੱਖਿਆ ਜਾ ਰਿਹਾ ਸੀ। ਕੀ ਇਹ ਗੱਲ ਸਹੀ ਹੈ ਉਹਨਾਂ ਦੀ? ਜੇ ਇਹ ਗੱਲ ਇਹਨਾਂ ਦੀ ਸਹੀ ਹੈ ਤੇ ਇਹ ਗੱਲ ਕਿੱਦਾਂ ਸਹੀ ਹੋ ਸਕਦੀ ਹੈ ਸੀਬੀਆਈ ਦੀ ਕਿ ਮੈਨੂੰ ਸਟ੍ਰੇਂਜਰ ਕਹਿ ਰਹੇ ਹੈ, ਮੈਨੂੰ ਰਿਪੋਰਟ ਨਹੀਂ ਦੇ ਰਹੇ? ਜੇ ਮੈਨੂੰ ਲੂਪ 'ਚ ਰੱਖਿਆ ਸੀ ਤੇ ਮੈਂ ਸਟ੍ਰੇਂਜਰ ਨਹੀਂ ਹੋ ਸਕਦਾ। ਸੋ ਇਸ ਕਰਕੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਕਿ ਉਹਨਾਂ ਨੇ ਲੂਪ 'ਚ ਰੱਖਿਆ ਸੀ ਜਾਂ ਨਹੀਂ। ਜਾਂ ਮੈਂ ਸਟ੍ਰੇਂਜਰ ਹਾਂ, ਫਿਰ ਲੂਪ 'ਚ ਰੱਖਣ ਦੀ ਲੋੜ ਨਹੀਂ ਸੀ, ਜਾਂ ਮੈਂ ਸਟ੍ਰੇਂਜਰ ਨਹੀਂ। ਜੇ ਮੈਂ ਸਟ੍ਰੇਂਜਰ ਨਹੀਂ ਸੀ ਤੁਸੀਂ ਮੈਨੂੰ ਲੂਪ 'ਚ ਰੱਖਿਆ ਤੇ ਮੈਨੂੰ ਹੁਣ ਰਿਪੋਰਟ ਦਿਖਾਉਣ ਦੇ ਅੰਦਰ ਕੀ ਤਕਲੀਫ ਹੈਗੀ ਹੈ? ਰਿਪੋਰਟ ਨਾ ਦੇਣ ਦੇ ਵਿੱਚ ਵੀ ਸੀਬੀਆਈ ਇਹ ਕਹਿ ਰਹੀ ਹੈ ਜਦੋਂ ਪੰਜਾਬ ਸਰਕਾਰ ਨੇ ਕੇਸਿਸ ਹੀ ਸੀਬੀਆਈ ਨੂੰ ਹੈਂਡਓਵਰ ਕਰਤੇ, ਉਸ ਸਮੇਂ ਸਰਕਾਰ ਇਸ ਸਾਰੇ ਕੇਸ ਤੋਂ ਸੈਪਰੇਟ ਹੋ ਗਈ। ਹੁਣ ਸੀਬੀਆਈ ਹੀ ਆਪਣੀ ਇਨਵੈਸਟੀਗੇਸ਼ਨ ਕਰੇਗੀ, ਲੇਕਿਨ ਉਹਨਾਂ ਨੇ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਜੋ ਇਨਵੈਸਟੀਗੇਸ਼ਨ ਦੀ ਡਿਵੈਲਪਮੈਂਟ ਹੈ ਉਹਨੂੰ ਟਾਈਮਲੀ ਇਨਫੋਰਮ ਜ਼ਰੂਰ ਕੀਤਾ ਹੈ। ਯਾਨੀ ਕਿ ਜਿਹੜੀ ਕਲੋਜ਼ਰ ਰਿਪੋਰਟ ਫਾਈਲ ਕੀਤੀ ਹੈ ਕਿ ਉਸ ਦੀ ਸੀਬੀਆਈ ਦੇ ਮੁਤਾਬਿਕ ਉਸ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਆਂਦੀ ਰਹੀ ਹੈ। ਮੈਨੂੰ ਤੁਸੀਂ ਇਹ ਗੱਲ ਦੱਸੋ ਸਰ ਕਿ ਜੇ ਉਹ ਮੈਨੂੰ ਇੰਟਰਮੀਡੀਏਟ ਰਿਪੋਰਟ ਦਿੰਦੇ ਰਹੇ ਤੇ ਫਾਈਨਲ ਰਿਪੋਰਟ ਦੇਣ ਦੇ ਅੰਦਰ ਕੀ ਤਕਲੀਫ ਹੈ? ਮੇਰੇ ਹਿਸਾਬ ਦੇ ਨਾਲ ਸੀਬੀਆਈ ਨੇ ਕੋਈ ਜਾਂਚ ਦੇ ਅੰਦਰ ਐਸੋਸੀਏਟ ਨਹੀਂ ਕੀਤਾ। ਆਈ ਹੈਵ ਐਬਸੋਲੂਟਲੀ ਨੋ ਨੌਲੇਜ ਆਫ ਦੈਟ ਫੈਕਟ। ਡੀਜੀਪੀ ਪ੍ਰਬੋਧ ਕੁਮਾਰ ਨੂੰ ਕੀ ਜ਼ਰੂਰਤ ਪੈ ਗਈ ਕਿ ਉਹ ਸੀਬੀਆਈ ਨੂੰ ਚਿੱਠੀ ਲਿਖਦੇ ਨੇ ਕਿ ਇਹਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰੋ? ਕੁਝ ਪੁਆਇੰਟਸ ਵੀ ਦੱਸਦੇ ਨੇ ਉਹ ਕਿ ਇਹਨਾਂ ਪੁਆਇੰਟਸ ਤੇ ਇਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ, ਜਿਸ ਕਰਕੇ ਦੁਬਾਰਾ ਤੋਂ ਸੀਬੀਆਈ ਐਪਲੀਕੇਸ਼ਨ ਲਗਾਉਂਦੀ ਹੈ ਕਿ ਫਰਦਰ ਇਨਵੈਸਟੀਗੇਸ਼ਨ ਲਈ ਅਸੀਂ ਇਸ ਮੰਗ ਕਰਦੇ ਹਾਂ। ਆਈ ਥਿੰਕ ਤੁਹਾਡਾ ਜਿਹੜਾ ਕੁਐਸਚਨ ਹੈ ਡਿਸਟੋਰਟਡ ਹੈ। ਪਹਿਲੇ ਤੁਸੀਂ ਫੈਕਟਸ ਨੂੰ ਜਾਣੋ ਫਿਰ ਸਵਾਲ ਕਰੋ। ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਕਿ ਜਦੋਂ ਪ੍ਰਬੋਧ ਕੁਮਾਰ ਨੇ ਚਿੱਠੀ ਲਿਖੀ, ਉਸ ਪ੍ਰਬੋਧ ਕੁਮਾਰ ਦੀ ਚਿੱਠੀ 90% ਸੀਬੀਆਈ ਦੀ ਇਨਵੈਸਟੀਗੇਸ਼ਨ ਦੀ ਖਾਮੀਆਂ ਦੇ ਬਾਰੇ 'ਚ ਹੈ, ਜਿਹੜੀ ਕਿ ਉਹਨਾਂ ਨੇ ਕੰਸੀਡ ਕਰ ਲਈ।
ਇਹ ਕਹਿ ਕੇ ਕਿ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ ਕਿਉਂਕਿ ਇਟ ਵਿਲ ਬੀ ਇਨ ਇੰਟਰਸਟ ਆਫ ਜਸਟਿਸ। ਸੋ ਦ ਕਲੋਜ਼ਰ ਰਿਪੋਰਟ ਵਾਸ ਨਾਟ ਇਨ ਦ ਇੰਟਰਸਟ ਆਫ ਜਸਟਿਸ, that means. ਪਰ ਨੰਦਾ ਸਾਹਿਬ Let me answer. Therefore, the issue is whether after my notification of 6th of September, whether CBI has any jurisdiction or not. If they have no jurisdiction, by Prabodh Kumar saying that you investigate will not vest them with jurisdiction. ਪਰ ਇਸ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਸਰਕਾਰ ਸਾਰੀ ਸੀਬੀਆਈ ਨਾਲ ਲੜਾਈ ਕਰ ਰਹੀ ਹੈ ਕੇਸ ਵਾਪਸ ਲੈਣ ਲਈ, ਔਰ ਦੂਸਰੇ ਪਾਸੇ ਪ੍ਰਬੋਧ ਕੁਮਾਰ ਚਿੱਠੀ ਲਿਖ ਰਹੇ ਨੇ ਕਿ ਫਰਦਰ ਇਨਵੈਸਟੀਗੇਟ ਕਰੋ। ਥੋੜੀ ਜੀ ਕੰਟਰਾਡਿਕਸ਼ਨ ਆ ਗਈ ਕਿਉਂਕਿ ਐਸਆਈਟੀ ਵੀ ਸਰਕਾਰ ਦੀ ਹੀ ਬਣਾਈ ਹੋਈ ਹੈ। ਦੇਖੋ, ਇੱਕ ਤਰੀਕਾ ਹੈ ਕਿ ਅਸੀਂ ਇਹੋ ਜਿਹੇ ਸਵਾਲ ਕਰੀਏ ਜਿਹਦੇ ਨਾਲ ਦੋਸ਼ੀ ਫੜੇ ਜਾਣ। ਭਾਵੇਂ ਤੁਸੀਂ ਟੀਵੀ ਚੈਨਲ ਵਾਲੇ ਜਾਂ ਪੱਤਰਕਾਰ ਹੋ ਜਾਂ ਮੈਂ ਵਕੀਲ ਹਾਂ ਜਾਂ ਪੰਜਾਬ ਦਾ ਇੱਕ ਇੱਕ ਨਾਗਰਿਕ ਇਹ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸਭ ਤੋਂ ਵੱਡਾ ਗ੍ਰੰਥ ਹੈ ਉਹਦੇ ਦੋਸ਼ੀਆਂ ਨੂੰ ਫੜਿਆ ਜਾਏ। ਅਸੀਂ ਅੱਜ ਇੱਕ ਅਫਸਰ ਦੇ ਪਿੱਛੇ ਲੱਗੇ ਹੋਏ ਹਾਂ ਜਿਹੜਾ ਵੀ ਇਨਵੈਸਟੀਗੇਟ ਕਰ ਰਿਹਾ। ਸੋ ਨੰਦਾ ਸਾਹਿਬ ਅਸੀਂ ਵੀ ਇਹੀ ਚਾਹੁੰਦੇ ਹਾਂ, ਟੀਵੀ ਚੈਨਲ ਵੀ ਇਹੀ ਚਾਹੁੰਦਾ ਹੈ, ਸਾਰੀ ਦੁਨੀਆ ਦੇਸ਼ ਜਿਹੜੇ ਪੰਜਾਬੀ ਜਗ੍ਹਾ ਜਗ੍ਹਾ ਤੇ ਵਸਦੇ ਸਾਰੇ ਇਹੀ ਚਾਹੁੰਦੇ ਆ ਕਿਉਂਕਿ ਬਰਗਾੜੀ ਦੇ ਮਾਮਲੇ ਸਾਰੀ ਜੜ ਸੀਗੀ। ਜਿੰਨੇ ਵੀ ਇਨਸੀਡੈਂਟ ਹੋਏ, ਪ੍ਰੋਟੈਸਟ ਦੇ ਹੋਏ, ਫਾਇਰਿੰਗ ਦੇ ਹੋਏ, ਕੋਟਕਪੂਰਾ ਦਾ ਹੋਇਆ, ਬੇਬਲ ਕਲਾਂ ਦਾ ਹੋਇਆ, ਲੇਕਿਨ ਬਰਗਾੜੀ ਉਸ ਦਾ ਰੂਟ ਕਾਜ਼ ਸੀਗਾ। ਇਸ ਕਰਕੇ ਬਰਗਾੜੀ ਵਾਲਾ ਮਾਮਲਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਲੇਕਿਨ ਤੁਹਾਡੀ ਹੀ ਸਰਕਾਰ ਦੇ ਵਿੱਚ ਆਫੀਸਰ ਨੇ ਕੰਪਲਿਕੇਸ਼ਨਸ ਕ੍ਰੀਏਟ ਕੀਤੀਆਂ, ਔਰ ਜਿਹੜੇ ਵਿਊਅਰਸ ਇਹਨਾਂ ਨੂੰ ਦੇਖ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਜਿਹੀ ਕਲੈਰਿਟੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਥਰੂ ਕਿ ਜੇਕਰ ਸਰਕਾਰ ਦਾ ਐਸਆਈਟੀ ਦਾ ਚੇਅਰਮੈਨ ਹੈ ਜਿਹੜਾ ਉਹ ਚਿੱਠੀ ਲਿਖਦਾ ਹੈ ਕਿ ਸੀਬੀਆਈ ਨੂੰ ਫਰਦਰ ਇਨਵੈਸਟੀਗੇਟ ਕਰਨ ਲਈ, ਯਾਨੀ ਕਿ ਉਹਨੂੰ ਕਿਤੇ ਨਾ ਕਿਤੇ ਇਹ ਭਰੋਸਾ ਹੈ ਕਿ ਕੇਸ ਵਾਪਸ ਪੰਜਾਬ ਪੁਲਿਸ ਕੋ ਨਹੀਂ ਆਏਗਾ। ਸੋ ਕੰਟਰਾਡਿਕਸ਼ਨਸ ਤਾਂ ਉਸ ਆਫੀਸਰ ਨੇ ਪੈਦਾ ਕੀਤੀਆਂ ਨੇ ਚਿੱਠੀ ਲਿਖ ਕੇ। ਮੈਂ ਹੁਣੇ ਤਾਈਂ ਇਸ ਇੰਟਰਵਿਊ ਦੇ ਅੰਦਰ ਤੁਹਾਡੇ ਕੋਲੋਂ ਇੱਕ ਕਮੈਂਟ ਨਹੀਂ ਸੁਣਿਆ ਕਿ ਸੀਬੀਆਈ ਦਾ ਕੰਡਕਟ ਕੀ ਹੈ। ਜਿਹੜੀ ਏਜੰਸੀ ਇਨਵੈਸਟੀਗੇਸ਼ਨ ਲਈ ਕਹਿ ਰਹੀ ਹੈ ਉਹਨੂੰ ਤੁਸੀਂ ਕੁਐਸਚਨ ਕਰ ਰਹੇ ਹੋ। ਜਿਹੜੀ ਏਜੰਸੀ ਜਿਹੜੀ ਹੈ ਮੈਨੂੰ ਰਿਪੋਰਟ ਵੀ ਨਹੀਂ ਦੇ ਰਹੀ ਉਹਦੇ ਬਾਰੇ 'ਚ ਕੋਈ ਸਵਾਲ ਨਹੀਂ ਕਰ ਰਹੇ। ਆਈ ਡੋਂਟ ਥਿੰਕ ਇਟਸ ਫੇਅਰ। ਸੀਬੀਆਈ ਨੂੰ ਵੀ ਅਸੀਂ ਬਰਾਬਰ ਸਵਾਲ ਕਰਦੇ ਹਾਂ, ਹਾਲਾਂਕਿ ਸੀਬੀਆਈ ਔਨ ਕੈਮਰਾ ਆ ਕੇ ਜਵਾਬ ਨਹੀਂ ਦਿੰਦੇ ਇਹਨਾਂ ਮਰ, ਕਿਉਂਕਿ ਸਾਡੇ ਕੋਲੇ ਬਹੁਤ ਸਵਾਲ ਨੇ ਸੀਬੀਆਈ ਲਈ ਵੀ ਜੋ ਕਲੋਜ਼ਰ ਰਿਪੋਰਟ ਦੇ ਨੇ। ਸਾਨੂੰ ਵੀ ਇਹ ਗਲਤ ਲੱਗਦੀ ਹੈ ਕਲੋਜ਼ਰ ਰਿਪੋਰਟ। For my friend, the right thing for you to do is, in this contradiction, and especially in the light of the fact the High Court judgment, you should question them. And it is not the question कि ये लड़ाई है, कोई लड़ाई नहीं है। इशू ये है कि आज इन दोषियों को पकड़ा जाए। तो उसके लिए मैं ये कहूँगा good sense should prevail, and rather than standing on these formalities, let Punjab government, as expressed by the High Court, should complete their job. CBI should hand over the papers. ਬਿਲਕੁਲ ਤੁਹਾਡੀ ਠੀਕ ਗੱਲ ਹੈ ਨੰਦਾ ਸਾਹਿਬ ਕਿ ਅਸੀਂ ਵੀ ਇਨਵੈਸਟੀਗੇਸ਼ਨ ਤੇ ਹੀ ਫੋਕਸ ਕਰਦੇ ਹਾਂ, ਲੇਕਿਨ ਜਦੋਂ ਸਰਕਾਰ ਕੰਪਲਿਕੇਸ਼ਨਸ ਕ੍ਰੀਏਟ ਕਰਦੀ ਹੈ, ਆਪਣੇ ਹੀ ਬਿਆਨ ਉਹਨਾਂ ਦੇ ਕੰਟਰਾਡਿਕਟ ਕਰਦੇ ਆ, ਜਦੋਂ ਕੈਬਨਿਟ ਮਿਨਿਸਟਰ ਇਹ ਕਹਿੰਦੇ ਆ ਕਿ ਉਹ ਆਫੀਸਰ ਦੀ ਜਸਟੀਫਿਕੇਸ਼ਨ ਕਾਲ ਹੋਣੀ ਚਾਹੀਦੀ ਹੈ, ਉਸ ਸਮੇਂ ਕੰਪਲਿਕੇਸ਼ਨ ਕ੍ਰੀਏਟ ਹੁੰਦੀ ਹੈ। ਥੋੜੀ ਜਿਹੀ ਕਲੈਰਿਟੀ ਦੀ ਜ਼ਰੂਰਤ ਹੈ ਕਿ ਤੁਸੀਂ ਉਹਨਾਂ ਦੇ ਬਿਆਨ ਨੂੰ ਸਹੀ ਕੰਸੀਡਰ ਕਰਦੇ ਹੋ। ਸੁਖਜਿੰਦਰ ਰੰਧਾਵਾ ਦੀ ਜਿਨ੍ਹਾਂ ਨੇ ਕਿਹਾ ਕਿ ਸੀਐਮ ਨੂੰ ਇਹਦੀ ਜਸਟੀਫਿਕੇਸ਼ਨ ਲੈਣੀ ਚਾਹੀਦੀ ਹੈ, ਕਿਸ ਤਰ੍ਹਾਂ ਚਿੱਠੀ ਲਿਖਤੀ? ਦੇਖੋ, ਮੈਂ ਕਾਨੂੰਨ ਦਾ ਬੰਦਾ, ਮੈਂ ਤੁਹਾਨੂੰ ਕਾਨੂੰਨ ਦੇ ਅੰਦਰ ਕੀ ਪੋਜੀਸ਼ਨ ਹੈ ਉਹ ਦੱਸ ਸਕਦਾ। All these questions are political questions. You should ask the political people. ਲੜਾਈ ਵੀ ਨੰਦਾ ਸਾਹਿਬ ਕਾਨੂੰਨੀ ਹੀ ਚੱਲ ਰਹੀ ਹੈ, ਦੋਨੋਂ ਪਾਸੇ ਚਿੱਠੀ ਲਿਖੀ ਗਈ ਹੈ, ਉਹ ਵੀ ਕਾਨੂੰਨ ਦੇ ਤੌਰ ਤੇ ਹੀ ਲਿਖੀ ਗਈ ਹੈ। ਇਸ ਕਰਕੇ ਮੈਂ ਪੁੱਛ ਰਿਹਾ ਕਿ ਇਹ ਦੋ ਸਟੈਂਡ ਕਿਸ ਤਰ੍ਹਾਂ ਚੱਲਣਗੇ, ਕਿਉਂਕਿ ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਦੇ ਦਿੱਤੀ ਹੈ। ਪੰਜਾਬ ਸਰਕਾਰ ਹਜੇ ਤੱਕ ਇਸ ਦੇ ਵਿੱਚ ਪਾਰਟੀ ਨਹੀਂ ਬਣ ਸਕੀ ਕਿਉਂਕਿ ਕਲੋਜ਼ਰ ਰਿਪੋਰਟ ਦੀ ਕਾਪੀ ਨਹੀਂ ਆਈ, ਸਿਰਫ ਉਹਨਾਂ ਤੋਂ ਕੇਸ ਦੀ ਫਾਈਲ ਮੰਗੀ ਜਾ ਰਹੀ ਹੈ। ਸੋ ਇਸ ਨੂੰ ਕਿਸ ਤਰ੍ਹਾਂ ਡੀਲ ਕਰੋਗੇ ਤੁਸੀਂ? You know, the problem is, I again say that your question is distorted. It is meant for giving a wrong answer. But I will clarify and give you a right answer. The right answer is that chitti is 90% about khamia of CBI, which CBI has admitted. You are overlooking that and trying to give a color to that letter in order to say that there is something wrong. ਓਵਰਲੁੱਕ ਨਹੀਂ ਕਰਨੇ ਨੰਦ ਸਾਹਿਬ, ਲੇਕਿਨ ਜਦੋਂ ਪਤਾ ਹੈ ਕਿ ਅਸੀਂ ਇੱਕ ਸਾਈਡ ਤੇ ਇਨਵੈਸਟੀਗੇਸ਼ਨ ਵਾਪਸ ਮੰਗ ਰਹੇ ਹਾਂ, ਫਿਰ ਉਹਨਾਂ ਦੀਆਂ ਕਮੀਆਂ ਗਿਣਾਉਣ ਦੀ ਕੀ ਜ਼ਰੂਰਤ ਹੈ? ਜਦੋਂ ਫਾਈਨਲੀ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਸਾਰਾ ਕੁਝ ਕਰ ਚੁੱਕੇ ਹਾਂ, ਸਿਰਫ ਕੇਸ ਫਾਈਲ ਵਾਪਸ ਆਣੀ ਹੈ, ਫਿਰ ਕਮੀਆਂ ਗਿਣਾਉਣ ਦਾ ਕੀ ਮਤਲਬ ਹੈ?
ਸੋ ਕਮੀਆਂ ਨਹੀਂ ਕਨਾਨੀਆਂ ਚਾਹੀਦੀਆਂ ਸੀ। I think it is in his wisdom, and he is a very decorated officer. In his wisdom, he has written, I see nothing wrong in it. ਔਰ ਇਸ ਤਰ੍ਹਾਂ ਦੀ ਚਿੱਠੀ ਪਹਿਲੀ ਵਾਰ ਨਹੀਂ ਪ੍ਰਬੋਧ ਕੁਮਾਰ ਨੇ ਲਿਖੀ। ਪਹਿਲਾਂ ਵੀ ਜਦੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਚਾਰਜ ਸ਼ੀਟ ਫਾਈਲ ਕੀਤੀ ਸੀ, ਉਸ ਸਮੇਂ ਵੀ ਡੀਜੀਪੀ ਪ੍ਰਬੋਧ ਕੁਮਾਰ ਨੇ ਡੀਜੀਪੀ ਨੂੰ ਚਿੱਠੀ ਲਿਖੀ ਸੀ ਕਿ ਇਹ ਜਿਹੜੀ ਚਾਰਜ ਸ਼ੀਟ ਫਾਈਲ ਹੋਈ ਹੈ ਉਹ ਉਹਨਾਂ ਨੇ ਆਪਣੇ ਉਹਦੇ ਤੇ ਕੀਤੀ ਹੈ, SIT ਦਾ ਜਾਂ ਪ੍ਰਬੋਧ ਕੁਮਾਰ ਦਾ ਇਹਦੇ ਨਾਲ ਕੁਝ ਨਹੀਂ ਲੈਣਾ ਦੇਣਾ। I am not aware of these facts, so you should talk to them. ਅਗਲੀ ਨੰਦਾ ਸਾਹਿਬ ਅਗਲੀ ਕਾਰਵਾਈ ਹੈ ਜਿਹੜੀ ਹੁਣ ਤੁਸੀਂ ਚਿੱਠੀ ਲਿਖ ਚੁੱਕੇ ਹੋ, ਰਿਪੋਰਟ ਦੀ ਤੁਸੀਂ ਮੰਗ ਕਰ ਰਹੇ ਹੋ CBI ਦੀ ਕੋਰਟ, ਜੋ ਹਜੇ ਤੱਕ ਨਹੀਂ ਮਿਲੀ। 19 ਸਤੰਬਰ ਡੇਟ ਲੱਗੀ ਹੋਈ ਹੈ, ਸੋ ਕੀ ਉਹ ਡੇਟ ਤੱਕ ਤੁਸੀਂ ਵੇਟ ਕਰੋਗੇ ਜਾਂ ਹੋਰ ਵੀ ਆਪਣੇ ਵੱਲੋਂ ਮੂਵਮੈਂਟ ਰੱਖੋਗੇ ਕੇਸ ਫਾਈਲ ਵਾਪਸ ਮੰਗਾਉਣ ਲਈ? My friend, legal strategies are never discussed. Legal strategies are something which are private to a litigation, and it will not be in the interest of the litigation itself to disclose you that strategy. You will see in coming days the developments, and you will see the result very soon. But this all legal strategy people wants to know, just because this issue is concerned with the public. I don't think people want to know. People know that legal strategies are made, and these are not strategies which are threadbare discussed on the public forums. It's probably your exuberance. No, it's the people who wants to know what exactly is happening in this Bargadi case, and what is the stand of government, what the government is going to do, and what is the current stage of government. We will take every step by which we should start, do the investigation, bring the culprits to book. ਬਹੁਤ ਬਹੁਤ ਧੰਨਵਾਦ ਨੰਦਾ ਸਾਹਿਬ ਤੁਹਾਡਾ। ਸੋ ਇਹ ਸਨ ਅਤੁਲ ਨੰਦਾ, ਪੰਜਾਬ ਦੇ AG, ਜੀ ਕਹਿ ਰਹੇ ਨੇ ਕਿ ਹਰ ਉਹ ਪੋਸੀਬਲ ਕੋਸ਼ਿਸ਼ ਕੀਤੀ ਜਾਏਗੀ CBI ਤੋਂ ਕੇਸ ਵਾਪਸ ਲਿਆਉਣ ਲਈ ਤਾਂ ਕਿ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ। ਲੇਕਿਨ ਇਸ ਦੇ ਨਾਲ ਹੀ ਜੋ ਕੰਟਰੋਵਰਸੀ ਪੰਜਾਬ ਸਰਕਾਰ ਦੇ ਵਿੱਚ ਪੈਦਾ ਹੋਈ ਹੈ ਬਰਗਾੜੀ ਮਾਮਲਿਆਂ ਨੂੰ ਲੈ ਕੇ, ਉਸ ਤੇ ਬਾਰ-ਬਾਰ DGP ਪ੍ਰਬੋਧ ਕੁਮਾਰ ਨੂੰ ਡਿਫੈਂਡ ਕਰ ਰਹੇ ਨੇ ਅਤੁਲ ਨੰਦਾ। ਹਾਲਾਂਕਿ ਸੁਖਜਿੰਦਰ ਰੰਧਾਵਾ ਸ਼ਰੇਆਮ ਬੋਲ ਰਹੇ ਨੇ ਕਿ CM ਨੂੰ ਜਸਟੀਫਿਕੇਸ਼ਨ ਕਾਲ ਕਰਨੀ ਚਾਹੀਦੀ ਹੈ ਉਸ ਆਫੀਸਰ ਦੀ। ਸੋ ਦੇਖਦੇ ਹਾਂ ਬਰਗਾੜੀ ਦਾ ਮਾਮਲਾ ਹੋਰ ਕਿੰਨਾ ਸਮਾਂ ਜਿਹੜਾ ਹੈ ਉਹ ਲਿੰਗਰ ਔਨ ਹੁੰਦਾ ਹੈ, ਕਿੰਨਾ ਸਮਾਂ ਜਿਹੜੇ ਬਰਗਾੜੀ ਦੇ ਮਾਮਲੇ ਦੇ ਦੋਸ਼ੀ ਨੇ ਉਹ ਸਲਾਖਾਂ ਤੋਂ ਦੂਰ ਰਹਿੰਦੇ ਹੈ। ਹਜੇ ਤੱਕ ਜਿਹੜੇ CBI ਤੋਂ ਫਾਈਲਾਂ ਨੇ ਉਹ ਵਾਪਸ ਨਹੀਂ ਆਈਆਂ। ਜਦੋਂ ਪੰਜਾਬ ਸਰਕਾਰ ਕੋਲੇ ਪਹੁੰਚਣਗੀਆਂ ਫਿਰ ਪੰਜਾਬ ਪੁਲਿਸ ਇਸ ਨੂੰ ਇਨਵੈਸਟੀਗੇਟ ਕਰੇਗੀ ਔਰ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਏਗੀ। ਕੈਮਰਾ ਪਰਸਨ ਅਮਿਤ ਸ਼ਰਮਾ ਦੇ ਨਾਲ ਅਮਨਦੀਪ ਦੀਕਸ਼ਿਤ, ABP ਸਾਂਝਾ, ਚੰਡੀਗੜ੍ਹ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।